हाँ जी स्टूडेंट्स, ਤੁਹਾਡੇ पेपर ने ਜਿਹੜੇ ਉਹ ਨਜ਼ਦੀਕ ਹੀ ਆ ਗਏ ਤਾਂ ਮੇਰੇ ਖਿਆਲ 'ਚ ਸਾਰੇ ਸਟੂਡੈਂਟਸ ਤਿਆਰੀ ਕਰਦੇ ਹੋਵੋਗੇ ਤੁਸੀਂ ਘਰ। ਤਾਂ ਥੋੜੀ ਜੀ ਤੁਹਾਡੀ ਹੈਲਪ ਕਰਨ ਲਈ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਥੋੜੀ ਸਿਲੇਬਸ ਦੀ ਡਿਸਕਸ ਕਰਦੇ ਹਾਂ। ਤਾਂ ਤੁਹਾਨੂੰ ਪਤਾ ਹੀ ਹੈ ਕਿ ਸੈਕਸ਼ਨ ਏ ਦੇ ਵਿੱਚ ਸਾਡੇ ਸਿਲੇਬਸ ਦੇ ਵਿੱਚ 3 ਲੈਸਨ ਨੇ ਤੇ ਸੈਕਸ਼ਨ ਬੀ ਦੇ ਵਿੱਚ ਵੀ 3 ਲੈਸਨ ਨੇ, क्योंकि एक ਲੈਸਨ है ਜਿਹੜਾ ਉਹ ਸਿਲੇਬਸ ਤੋਂ ਆਊਟ ਆ। ਤਾਂ ਸੈਕਸ਼ਨ ਏ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ 4 ਜਿਹੜੇ ਨੇ ਕੁਐਸਚਨ ਲੌਂਗ ਆਉਣਗੇ ਤੇ 5 ਸ਼ਾਰਟ ਨੋਟਸ ਆਉਣਗੇ। ਇਸੇ ਤਰ੍ਹਾਂ ਹੀ ਸੈਕਸ਼ਨ ਬੀ ਦੇ ਵਿੱਚ ਵੀ 4 ਲੌਂਗ ਕੁਐਸਚਨ ਆਉਣਗੇ ਤੇ 5 ਛੋਟੇ ਜਿਹੜੇ ਨੋਟਸ ਨੇ ਉਹ ਆਉਣਗੇ। ਅਸੀਂ ਲੌਂਗ ਕੁਐਸਚਨ ਤਾਂ ਕਰ ਲੈਂਦੇ ਆ, ਸਟੂਡੈਂਟਸ ਦੀ ਅਕਸਰ ਇਹ ਹੁੰਦੀ ਆ। ਅਸੀਂ ਵੀ ਕਲਾਸ ਦੇ ਵਿੱਚ ਦੱਸਦੇ ਨੇ ਕਿ ਲੌਂਗ ਜਿਹੜੇ ਨੇ ਉਹ ਕਰ ਲਓ, ਸ਼ਾਰਟਸ ਉਹਨਾਂ ਦੇ ਵਿੱਚੋਂ ਹੀ ਆ ਜਾਣਗੇ। ਤੇ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਸ਼ਾਰਟ ਦੇ ਵਿੱਚ ਜਿਹੜੇ ਅਸੀਂ ਧਿਆਨ ਨਹੀਂ ਦਿੰਦੇ ਜਾਂ ਲੌਂਗ ਦੇ ਵਿੱਚ ਨਹੀਂ ਹੁੰਦੇ। ਤਾਂ ਅਸੀਂ ਅੱਜ ਉਹੀ ਡਿਸਕਸ ਕਰਾਂਗੇ ਕਿ ਕਿਹੜੇ ਕੁਐਸਚਨ ਨੇ ਜਿਹੜੇ ਉਹ ਚੈਪਟਰ ਵਾਈਜ਼ ਅਸੀਂ 6 ਦੇ 6 ਚੈਪਟਰ ਕਲੀਅਰ ਕਰਾਂਗੇ ਕਿ ਕਿਹੜੇ ਕੁਐਸਚਨ ਨੇ ਜਿਹੜੇ ਤੁਹਾਡੇ ਬਣ ਸਕਦੇ ਨੇ। ਤੇ ਲੌਂਗ ਕੁਐਸਚਨ ਨੇ ਜਿਹੜੇ ਉਹ ਅਸੀਂ ਬਾਅਦ ਚ ਡਿਸਕਸ ਕਰਾਂਗੇ। ਤਾਂ ਸ਼ਾਰਟ ਨੋਟਸ ਜਿਹੜੇ ਨੇ ਡਿਸਕਸ ਕਰਾਂਗੇ। ਹਾਂਜੀ, ਸ਼ਾਰਟ ਨੋਟਸ ਲੈਸਨ 1 ਦੇ ਹਰੇਕ ਕਨਸੈਪਟ ਦੀ ਪਹਿਲਾਂ ਤੁਸੀਂ ਡੈਫੀਨੇਸ਼ਨ ਤੇ ਮੀਨਿੰਗ ਦੇਣਾ ਹੈ। ਜਿਵੇਂ ਸੋਸ਼ੀਓਲੋਜੀ ਕੀ ਹੁੰਦੀ ਆ, ਸਮਾਜ ਸ਼ਾਸਤਰ ਕੀ ਹੁੰਦਾ ਹੈ, ਪਰਿਭਾਸ਼ਾ ਡਿਫਾਈਨ ਮੀਨਸ ਪਰਿਭਾਸ਼ਾ। ਤਾਂ ਜਿੱਥੇ ਡਿਫਾਈਨ ਸ਼ਬਦ ਆਉਣਾ ਉੱਥੇ ਤੁਸੀਂ ਸਿਰਫ ਤੇ ਸਿਰਫ ਡੈਫੀਨੇਸ਼ਨ ਦੇ ਕੇ ਕਲੀਅਰ ਕਰਨਾ ਹੈ। ਜਿੱਥੇ ਮੀਨਿੰਗ ਆਉਂਦਾ ਤੁਸੀਂ ਸਿੰਪਲ ਮੀਨਿੰਗ ਦੇ ਕੇ ਕੋਈ ਕੁਛ ਡੈਫੀਨੇਸ਼ਨ ਵੀ ਦੇ ਸਕਦੇ ਹੋ, ਕੁਛ ਵੀ ਲਿਖ ਸਕਦੇ ਹੋ। ਤਾਂ ਸੋਸ਼ੀਓਲੋਜੀ ਦੀ ਡੈਫੀਨੇਸ਼ਨ ਤੇ ਮੀਨਿੰਗ, ਸੋਸ਼ੀਓਲੋਜੀ ਆਫ ਐਜੂਕੇਸ਼ਨ ਦੀ ਡੈਫੀਨੇਸ਼ਨ ਤੇ ਮੀਨਿੰਗ, ਸੋਸ਼ੀਓਲੋਜੀ ਆਫ ਐਜੂਕੇਸ਼ਨ ਦਾ ਕਨਸੈਪਟ, ਕਿਉਂਕਿ ਸਾਡਾ ਮੇਨ ਟੌਪਿਕ ਆ ਜਿਹੜਾ ਉਹ ਸੋਸ਼ੀਓਲੋਜੀ ਆਫ ਐਜੂਕੇਸ਼ਨ ਆ। ਇਸ ਤੋਂ ਬਾਅਦ ਡਿਫਰੈਂਸ ਬਿਟਵੀਨ ਐਜੂਕੇਸ਼ਨਲ ਸੋਸ਼ੀਓਲੋਜੀ ਐਂਡ ਸੋਸ਼ੀਓਲੋਜੀ ਆਫ ਐਜੂਕੇਸ਼ਨ। ਵਿਦਿਅਕ ਸਮਾਜ ਸ਼ਾਸਤਰ ਤੇ ਸਿੱਖਿਆ ਦੇ ਸਮਾਜ ਸ਼ਾਸਤਰ ਵਿੱਚ ਕੀ ਅੰਤਰ ਹੈ। ਸਿੱਖਿਆ ਸਮਾਜ ਸ਼ਾਸਤਰ ਦਾ ਖੇਤਰ, ਸਕੋਪ, ਸੰਰਚਨਾਤਮਕ ਵਿਵਹਾਰਵਾਦ ਦੀਆਂ ਵਿਸ਼ੇਸ਼ਤਾਵਾਂ। ਫਿਰ ਹੈਗਾ ਮੇਨ ਫੀਚਰਸ ਆਫ ਫੰਕਸ਼ਨਲਿਜ਼ਮ, ਵਿਵਹਾਰਵਾਦ ਪਹੁੰਚ ਦੀਆਂ ਵਿਸ਼ੇਸ਼ਤਾਵਾਂ। ਫਿਰ ਮਤਭੇਦ ਸਿਧਾਂਤ ਪਹੁੰਚ, ਫਿਰ ਅੰਤਰਕਿਰਿਆ ਦੇ ਸਿਧਾਂਤ, ਲੈਬਲਿੰਗ ਥਿਊਰੀ। ਇਸ ਤਰ੍ਹਾਂ ਨਾਲ ਤੁਹਾਨੂੰ ਇਹ ਕੁਐਸਚਨ ਸ਼ਾਰਟ ਨੋਟ ਆਉਣਗੇ। ਤੇ ਸ਼ਾਰਟ ਨੋਟ ਨੇ ਜਿਹੜੇ ਉਹਦੇ ਵਿੱਚ 2 ਦੀ ਪੁਆਇੰਟ ਗੱਲ ਕਰਨੀ ਹੁੰਦੀ ਆ। ਮੇਨ ਅਸੀਂ ਇਹ ਆ ਕਿ ਅਸੀਂ ਜਿਵੇਂ ਤੁਹਾਨੂੰ ਫੀਚਰਸ ਆਫ ਸਟਰਕਚਰਲ ਫੰਕਸ਼ਨਲਿਜ਼ਮ ਆਉਂਦਾ ਏ ਤਾਂ ਤੁਸੀਂ ਹੈਡਿੰਗ ਦਿੰਦੇ ਹੋਏ ਉਹਨੂੰ ਲਾਈਨ ਦੇ ਵਿੱਚ ਹੀ ਕਨਵਰਟ ਕਰ ਲਓ। ਹੈਡਿੰਗ ਨੂੰ ਮੈਕਸਿਮਮ ਨੌਲੇਜ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਨੀ ਆ। ਇਹ ਨਹੀਂ ਹੈਗਾ ਕਿ ਤੁਸੀਂ 2-3 ਹੈਡਿੰਗ ਨੇ ਜਿਹੜੇ ਉਹ ਐਕਸਪਲੇਨ ਕਰਨ ਤੋਂ ਬਾਅਦ ਬਾਕੀ ਛੱਡ ਦਿਓ। ਸਪੋਜ਼ ਕਰੋ ਕਿਸੇ ਵੀ ਕੁਐਸਚਨ ਦੇ 15 ਹੈਡਿੰਗ ਬਣਦੇ ਨੇ ਟੋਟਲ, ਤਾਂ ਤੁਸੀਂ 5 ਐਕਸਪਲੇਨ ਕਰ ਦੋਗੇ ਸ਼ਾਰਟ ਨੋਟ ਦੇ ਵਿੱਚ ਸਫੀਸ਼ੀਐਂਟ ਨਹੀਂ ਹੈਗਾ। ਤਾਂ ਤੁਸੀਂ 15 ਦੇ 15 ਨੂੰ ਲਾਈਨਾਂ 'ਚ ਕਨਵਰਟ ਕਰਕੇ ਲਿਖੋਗੇ ਤਾਂ ਵਧੀਆ ਨੰਬਰ ਆਉਣਗੇ ਤੁਹਾਡੇ। ਅੱਗੇ ਅਸੀਂ ਪਹੁੰਚਦੇ ਹਾਂ ਲੈਸਨ 2 ਕਲਚਰ ਵਾਲਾ। ਤਾਂ ਕਲਚਰ ਵਾਲੇ ਲੈਸਨ ਦੇ ਵਿੱਚ ਵੀ ਬਹੁਤ ਕੁਐਸਚਨ ਬਣਦੇ ਨੇ ਤੁਹਾਡੇ ਸ਼ਾਰਟ। ਤਾਂ ਤੁਸੀਂ ਨੋਟ ਕਰ ਸਕਦੇ ਹੋ ਜਿਵੇਂ ਵੀ ਮੈਂ ਲਿਖੇ ਹੋਏ ਨੇ, ਤਾਂ ਇਹਨਾਂ ਨੂੰ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ। ਕਲਚਰ ਦੀ ਡੈਫੀਨੇਸ਼ਨ, ਕਨਸੈਪਟ, ਮੀਨਿੰਗ, ਕਲਾਸੀਫਿਕੇਸ਼ਨ, ਵਿਸ਼ੇਸ਼ਤਾਵਾਂ, ਕਰੈਕਟਰਿਸਟਿਕਸ। ਹੁਣ ਕਰੈਕਟਰਿਸਟਿਕਸ ਨੇ ਕਲਚਰ ਦੀਆਂ ਬਹੁਤ ਸਾਰੀਆਂ ਨੇ। ਜੇ ਸ਼ਾਰਟ 'ਚ ਆ ਜਾਂਦਾ ਫਿਰ ਕੀ ਕਰੋਗੇ? ਫਿਰ ਇਹ ਥੋੜ੍ਹੀ ਹੁੰਦਾ ਵੀ 3 ਜਾਂ 5 ਤੁਸੀਂ ਐਕਸਪਲੇਨ ਕਰਤੇ, ਚਲੋ ਜੀ ਹੋ ਗਿਆ, ਠੀਕ ਹੈ। ਤਾਂ ਇੱਥੇ ਤੁਸੀਂ ਕੀ ਕਰਨਾ ਹੈ, ਤੁਸੀਂ ਸਾਰੇ ਹੀ ਜਿਹੜੀਆਂ ਕਰੈਕਟਰਿਸਟਿਕਸ ਨੇ ਮੈਕਸੀਮਮ ਦੇਣ ਦੀ ਕੋਸ਼ਿਸ਼ ਕਰਨੀ ਆ।
ਸਵਾ ਜਾਂ 1.5 ਪੇਜ ਆ ਤੁਹਾਡਾ ਜਿਹੜਾ ਉਹ ਭਰਨਾ ਚਾਹੀਦਾ ਹੈ। ਅੱਗੇ ਕਲਚਰਲ ਲੈਬ ਕੀ ਹੁੰਦਾ, ਅਕਲਚਰੇਸ਼ਨ, ਫਿਰ ਇਹਦੀਆਂ ਥਿਊਰੀਜ਼, ਰਣਨੀਤੀਆਂ, ਫਿਰ ਐਨਕਲਚਰੇਸ਼ਨ ਸੰਸਕ੍ਰਿਤੀਕਰਨ ਦਾ ਅਰਥ ਤੇ ਇਹਦੀਆਂ ਵਿਸ਼ੇਸ਼ਤਾਵਾਂ, ਪ੍ਰੋਪੇਗੈਂਡਾ ਤੇ ਕਲਚਰ ਦਾ ਰਿਲੇਸ਼ਨ, ਪ੍ਰਚਾਰ ਨੂੰ ਪਰਿਭਾਸ਼ਿਤ ਕਰਨਾ, ਪ੍ਰੋਪੇਗੈਂਡੇ ਦੇ ਭਿੰਨ ਮੈਥਡ, ਸੱਭਿਆਚਾਰ ਤੇ ਪ੍ਰਚਾਰ ਕਿਵੇਂ ਆਪਸ 'ਚ ਮਿਲ ਕੇ ਕੰਮ ਕਰਦੇ ਨੇ, ਮਾਸ ਕਲਚਰ ਕੀ ਹੁੰਦਾ, ਜਨ ਸੱਭਿਆਚਾਰ ਕੀ ਆ। ਅਗਲਾ ਲੈਸਨ ਸਾਡਾ 3rd ਹੈਗਾ ਸੈਕਸ਼ਨ A ਦਾ ਸੋਸ਼ਲ ਸਟ੍ਰੈਟੀਫਿਕੇਸ਼ਨ। ਤਾਂ ਇਹਦੇ ਵਿੱਚ ਵੀ ਕੁਐਸਚਨ ਨੇ ਜਿਹੜੇ ਇਹਦੇ ਵਿੱਚ ਕਾਫੀ ਜ਼ਿਆਦਾ ਕੁਐਸਚਨ ਨੇ ਕਿਉਂਕਿ ਕਨਸੈਪਟ ਜ਼ਿਆਦਾ ਨੇ ਇਸ ਲੈਸਨ ਦੇ ਵਿੱਚ। ਤਾਂ ਉਮੀਦ ਹੁੰਦੀ ਹੈ ਕਿ ਇਹਦੇ ਵਿੱਚੋਂ ਜਿਹੜੇ ਕੁਐਸਚਨ ਨੇ ਉਹ ਆਉਣ। ਸਮਾਜਿਕ ਸਤਰੀਕਰਨ ਤੋਂ ਤੁਹਾਡਾ ਕੀ ਭਾਵ ਹੈ, ਸਤਰੀਕਰਨ ਦੀਆਂ ਕਿਸਮਾਂ, ਸਮਾਜਿਕ ਸਤਰੀਕਰਨ ਦੀ ਮੁੱਢਲੀ ਪ੍ਰਕਿਰਿਆ, ਜਾਤੀ ਦੀਆਂ ਵਿਸ਼ੇਸ਼ਤਾਵਾਂ। ਅੱਗੇ ਜਾਤੀ ਨਾਲ ਸੰਬੰਧਿਤ ਕੁਐਸਚਨ ਆ ਜਾਂਦੇ ਨੇ। ਇਹ ਕੁਐਸਚਨ ਤਾਂ ਤੁਸੀਂ ਕਰਨੇ ਹੀ ਕਰਨੇ ਨੇ। ਇੰਪੈਕਟ ਆਫ ਐਜੂਕੇਸ਼ਨ ਔਨ ਸੋਸ਼ਲ ਸਟਰਕਚਰ, ਸਮਾਜਿਕ ਸੰਰਚਨਾ ਉੱਪਰ ਸਿੱਖਿਆ ਦਾ ਕੀ ਪ੍ਰਭਾਵ ਪੈਂਦਾ ਹੈ। ਲਿੰਗਿਕ ਸਤਰੀਕਰਨ ਤੋਂ ਤੁਹਾਡਾ ਕੀ ਭਾਵ ਹੈ। ਲਿੰਗ ਤੇ ਸੈਕਸ ਵਿੱਚ ਅੰਤਰ, ਭਾਰਤ ਵਿੱਚ ਲਿੰਗ ਅਨੁਪਾਤ, ਲਿੰਗ ਭੇਦ ਕੀ ਹੁੰਦੇ ਨੇ, ਭਾਰਤ ਵਿੱਚ ਲਿੰਗ ਭੇਦ ਦੇ ਸੂਚਕ ਇੰਡੀਕੇਟਰਸ, ਲਿੰਗ ਇੱਕ ਸਮਾਜਿਕ ਪਹਿਚਾਣ ਕਿਵੇਂ ਆ, ਧਰਮ ਦੇ ਸਮਾਜਿਕ ਪ੍ਰਭਾਵ, ਭਾਰਤ 'ਚ ਧਾਰਮਿਕ ਸਤਰੀਕਰਨ। ਜਿਵੇਂ ਇੱਥੇ ਤੁਹਾਨੂੰ ਕੁਛ ਨਹੀਂ ਹੈਗਾ ਕਿ ਮੀਨਿੰਗ ਲਿਖੋ ਕੀ ਲਿਖੋ, ਤਾਂ ਤੁਸੀਂ ਜੋ ਕੁਛ ਤੁਹਾਨੂੰ ਨੌਲੇਜ ਹੈਗੀ ਜਿਵੇਂ ਰਿਲੀਜੀਅਸ ਸਟ੍ਰੈਟੀਫਿਕੇਸ਼ਨ ਇਨ ਇੰਡੀਆ, ਤਾਂ ਤੁਸੀਂ ਕੁਛ ਵੀ ਲਿਖ ਸਕਦੇ ਹੋ ਉਹਦੇ ਵਿੱਚ। ਅੱਗੇ ਸਿੱਖਿਆ ਦੇ ਸੰਬੰਧ ਵਿੱਚ ਧਰਮ ਦੇ 2 ਰੂਪ ਕਿਹੜੇ ਹਨ। ਕੀ ਤੁਸੀਂ ਸਹਿਮਤ ਹੋ ਕਿ ਧਾਰਮਿਕ ਸੰਗਠਨ ਭਾਰਤ ਵਿੱਚ ਸਿੱਖਿਆ ਦਾ ਵਿਸਥਾਰ ਕਰ ਰਹੇ ਹਨ। ਸਿੱਖਿਆ ਦੇ ਧਰਮ ਨਾਲ ਸੰਬੰਧ, ਸਮਾਜਿਕ ਅਸਮਾਨਤਾ, ਸਮਾਜਿਕ ਅਸਮਾਨਤਾ ਦੇ ਤੱਤ, ਮਤਭੇਦ ਦੀ ਧਾਰਨਾ ਕੀ ਹੈ, ਕੁਦਰਤੀ ਅਸਮਾਨਤਾਵਾਂ ਤੋਂ ਭਾਵ, ਭਾਰਤ ਵਿੱਚ ਅਸਮਾਨਤਾਵਾਂ ਦੇ ਭਿੰਨ ਪਹਿਲੂ ਜਾਂ ਪੱਖ ਕਿਹੜੇ ਹਨ, ਸਮਾਜਿਕ ਅਸਮਾਨਤਾ ਨੂੰ ਕੁਦਰਤੀ ਅਸਮਾਨਤਾ ਤੋਂ ਵੱਖ ਕਰੋ। ਹਾਊ ਰਿਲੀਜਨ ਇਜ਼ ਹੈਲਪਫੁਲ ਇਨ ਇੰਪਾਰਟਿੰਗ ਐਜੂਕੇਸ਼ਨ ਇਨ ਇੰਡੀਆ, ਭਾਰਤ ਵਿੱਚ ਧਰਮ ਸਿੱਖਿਆ ਪ੍ਰਦਾਨ ਕਰਨ ਵਿੱਚ ਕਿਵੇਂ ਸਹਾਈ ਹੈ। ਅੱਗੇ ਐਜੂਕੇਸ਼ਨ ਵਾਲਾ ਲੈਸਨ ਆ। ਵਿਦਿਅਕ ਅਫਸਰਾਂ ਦੀ ਸਮਾਨ ਤੋਂ ਤੁਹਾਡਾ ਕੀ ਭਾਵ ਹੈ। ਸਿੱਖਿਆ ਦੀ ਵਿਸ਼ਵ ਪੱਧਰੀ ਪਹੁੰਚ ਕੀ ਹੈ। ਬਰੀਫ 'ਚ ਐਕਸਪਲੇਨ ਕਰੋ ਵਿਦਿਅਕ ਮੌਕਿਆਂ ਤੱਕ ਪਹੁੰਚ ਦੇ ਅਸਮਾਨਤਾ ਲਈ ਕਿਹੜੇ ਕਾਰਕ ਕੰਮ ਕਰਦੇ ਹਨ। ਟਾਈਪਸ ਆਫ ਇਨਇਕੁਐਲਿਟੀ ਇਨ ਐਜੂਕੇਸ਼ਨਲ ਓਪਰਚੁਨਿਟੀਜ਼, ਸਿੱਖਿਆ ਦੀ ਪਹੁੰਚ ਦਾ ਇਸ਼ੂ ਕੀ ਹੈ। ਅੱਗੇ ਚੈਲੰਜਿਸ ਫਾਰ ਅਚੀਵਿੰਗ ਐਜੂਕੇਸ਼ਨਲ ਐਕਸੈਸ ਐਂਡ ਓਪਰਚੁਨਿਟੀ। ਤਾਂ ਇਹ ਕੁਐਸਚਨ ਨੇ ਜਿਹੜੇ ਸਾਰੇ ਤੁਸੀਂ ਆਪਣੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਇਹਨਾਂ ਨੂੰ ਤਿਆਰ ਕਰੋ। ਤਾਂ ਜਿਹੜਾ ਵੀ ਸਟੂਡੈਂਟ ਮੈਨੂੰ ਕਮੈਂਟ ਕਰਕੇ ਕੁਐਸਚਨ ਦੀ ਡਿਮਾਂਡ ਕਰੂਗਾ ਮੈਂ ਨੋਟ ਕਰ ਲੈਣੇ ਨੇ। ਮੈਂ ਉਹੀ ਕੁਐਸਚਨ ਨੇ ਜਿਹੜੇ ਤੁਹਾਨੂੰ ਐਜ਼ ਇਟ ਇਜ਼ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ।
ਤਾਂ ਵੀਡੀਓ ਦੇਖਿਆ ਕਰੋ, ਫਾਇਦਾ ਤਾਂ ਮਿਲਦਾ ਹੀ ਆ ਤੁਹਾਨੂੰ। ਕਮੈਂਟ ਕਰਕੇ ਮੋਟੀਵੇਟ ਕਰਿਆ ਕਰੋ, ਕੋਈ ਡਿਮਾਂਡ ਹੁੰਦੀ ਆ ਉਹ ਦੱਸਿਆ ਕਰੋ, ਲਾਈਕ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ। ਨਹੀਂ ਵੀ ਪਸੰਦ ਆਉਂਦੀ ਤਾਂ ਮੋਟੀਵੇਸ਼ਨ ਲਈ ਲਾਈਕ ਕਰ ਦਿਆ ਕਰੋ। ਸਸਟੇਨੇਬਲ ਡਿਵੈਲਪਮੈਂਟ ਦਾ ਲੈਸਨ ਅੱਗੇ ਸਾਡਾ, ਤਾਂ ਇਹਦੇ ਕਿੰਨੇ ਕੁਐਸਚਨ ਜਿਹੜੇ ਮੈਕਸਿਮਮ ਬਣ ਸਕਦੇ ਨੇ ਉਹ ਸਾਰੇ ਦੇ ਸਾਰੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਮੈਂ। ਇਸ ਤੋਂ ਵੱਧ ਜਿਹੜਾ ਸਿਲੇਬਸ ਦੇ ਵਿੱਚ ਨਹੀਂ ਹੈਗੇ ਕੁਐਸਚਨ। ਤਾਂ ਇਹਨਾਂ ਕੁਐਸਚਨਾਂ ਤੋਂ ਇਲਾਵਾ ਤੁਸੀਂ ਜੋ ਵੀ ਪਿਛਲੇ ਸਾਲ ਦੇ ਵਿੱਚ ਕੁਐਸਚਨ ਆਏ ਹੋਏ ਨੇ ਉਹਨਾਂ ਨੂੰ ਫੋਲੋ ਜ਼ਰੂਰ ਕਰਨਾ ਹੈ। ਤਾਂ ਮੇਰੀ ਕੋਸ਼ਿਸ਼ ਹੈ ਕਿ ਤੁਸੀਂ ਆਪਣੇ ਆਪ ਕੁਐਸਚਨ ਨੇ ਜਿਹੜੇ ਉਹ ਪੜ੍ਹ ਸਕੋ, ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਜੇ ਮੈਂ ਇਕੱਲਾ ਕੁਐਸਚਨ ਤੁਹਾਨੂੰ ਪੜ੍ਹ ਕੇ ਸੁਣਾਇਆ। ਲਾਸਟ ਲੈਸਨ ਸਾਡਾ ਹਾਂਜੀ, ਅੱਜ ਦੀ ਵੀਡੀਓ ਇਹੀ ਸੀ ਸ਼ਾਰਟ ਨੋਟਸ ਬਾਰੇ। ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਫਾਇਦਾ ਮਿਲੂਗਾ ਇਹਨਾਂ ਤੋਂ। ਤਾਂ ਆਪਣੇ ਜਿਹੜੇ ਸ਼ਾਰਟ ਨੋਟਸ ਨੇ, ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਸ਼ਾਰਟ ਨੋਟਸ ਨੂੰ ਵਧੀਆ ਢੰਗ ਨਾਲ ਲਿਖਣਾ, ਤਾਂ ਇਹਨਾਂ ਤੋਂ ਹੀ ਤੁਹਾਡੀ ਪਰਸੈਂਟੇਜ ਬਣਦੀ ਹੈ। ਜਿਹੜੇ ਲੌਂਗ ਹੁੰਦੇ ਨੇ 10 ਨੰਬਰ ਦੇ ਵਿੱਚੋਂ ਮੈਕਸਿਮਮ ਮਾਰਕਸ ਆਉਂਦੇ ਨੇ 8 ਔਰ ਬਹੁਤ ਹੀ ਜ਼ਿਆਦਾ ਵਧੀਆ ਲਿਖਿਆ ਤਾਂ 8.5 ਆ ਜਾਂਦੇ ਨੇ। ਪਰ ਜਿਹੜੇ ਸ਼ਾਰਟ ਨੋਟਸ ਜੇ ਤੁਸੀਂ ਬਹੁਤ ਵਧੀਆ ਲਿਖਦੇ ਹੋ ਤਾਂ 3 ਦੇ ਵਿੱਚੋਂ 3 ਮਾਰਕਸ ਵੀ ਆ ਜਾਂਦੇ ਨੇ। ਤਾਂ ਇਸ ਲਈ ਸ਼ਾਰਟ ਨੋਟਸ ਨੂੰ ਬੜੇ ਵਧੀਆ ਢੰਗ ਨਾਲ ਤਿਆਰ ਕਰੋ ਤਾਂ ਕਿ ਤੁਹਾਡੀ ਤਿਆਰੀ ਹੈ ਜਿਹੜੀ ਪੇਪਰ ਦੀ ਹੋ ਸਕੇ। ਓਕੇ, ਬੈਸਟ ਆਫ ਲੱਕ ਫॉर ਐਗਜ਼ਾਮੀਨੇਸ਼ਨ।